ਇੱਕ ਨੂੰ ਤਲਾਕ ਤੇ ਦੂਸਰੀ ਨਾਲ ਸ਼ਾਦੀ। ਦੋਵੇਂ ਭੈਣਾਂ ਇੱਕੋ ਤੇ ਆਸ਼ਿਕ ਹੋਈਆਂ ਸੀ। ਹੋਰ ਛੱਡ ਕੇ ਨਿੱਕੀ ਭੈਣ ਨੂੰ ਦਵਾਈ ਦੇ ਕੇ ਤੇ ਵੱਡੀ ਭੈਣ ਜਿਹੜਾ ਉਹਦੇ ਕੋਲ ਲੰਮੀ ਪੈ ਜਾਂਦੀ ਸੀ, ਪੂਰੀ ਪੂਰੀ ਰਾਤ ਇੰਜੋਏ ਕਰਦੀ ਸੀ। ਨਿੱਕੀ ਭੈਣ ਨੂੰ ਤੇ ਖਬਰ ਵੀ ਕੋਨੀ ਸੀ ਹੈ ਅਈਓ ਦੀ ਸ਼ਾਦੀ ਕੋਨੀ ਸੀ ਹੋਈ। ਤੇ ਭੈਣ ਵੱਡੀ ਨਾਲ ਗੱਲ ਕੀਤੀ ਉਸ ਕਿ ਮੈਂ ਇਸ ਮੁੰਡੇ ਨੂੰ ਪਸੰਦ ਕਰਨੀ ਆ, ਮੈਂ ਸ਼ਾਦੀ ਉਹਦੇ ਨਾਲ ਕਰਨਾ ਚਾਹਨੀ। ਉਹਨੇ ਆਖਿਆ ਅੰਮਾ ਨੇ ਨਹੀਂ ਮੰਨਣਾ ਕਿਉਂਕਿ ਹੋਰ ਬਰਾਦਰੀ ਦਾ। ਉਹਨੇ ਆਖਿਆ ਨਹੀਂ ਬਾਜੀ ਤੂੰ ਗੱਲ ਕਰ। ਜਿਸਲੇ ਗੱਲ ਕੀਤੀ ਤੇ ਅੰਮਾ ਨੇ ਪਹਿਲਾਂ ਗੁੱਸਾ ਕੀਤਾ, ਬਾਅਦ ਚੰਦੀ ਹਾਲਾ ਚਲੋ ਮੁੰਡੇ ਵਾਲਿਆਂ ਨੂੰ ਆਖੋ ਸਾਡੇ ਘਰ ਚੱਕਰ ਲਾਣ। ਜਿਸਲੇ ਮੁੰਡੇ ਵਾਲੇ ਆਏ ਉਹ ਤੱਕ ਕੇ ਪਰੇਸ਼ਾਨ ਹੋ ਗਏ। ਚੰਗਾ ਭਲਾ ਇਹਨਾਂ ਦਾ ਘਰ ਬੂਆ ਸੀ, ਮੁੰਡੇ ਵਾਲਾ ਤੇ ਫਟਾਫਟ ਹਾਮੀ ਭਰਨੀ ਸੀ। ਅੱਗੋਂ ਇਹਨਾਂ ਵੀ ਜਿਹੜਾ ਫਟਾਫਟ ਹਾਮੀ ਭਰ ਦਿੱਤੀ। ਉਹਨਾਂ ਕਿਹਾ ਚਲੋ ਸਾਡੀ ਕੁੜੀ ਦੀ ਜਿਸ ਤਰ੍ਹਾਂ ਮਰਜ਼ੀ ਆ ਅਸੀਂ ਸ਼ਾਦੀ ਕਰਨ ਵਾਸਤੇ ਤਿਆਰ ਆ। ਉਹ ਵੱਡੀ ਭੈਣ ਆਂਦੀ ਹੈ ਕਿ ਦੇਖ ਲੈ ਮੈਂ ਫਿਰ ਘਰਦਿਆਂ ਨੂੰ ਮਨਾ ਲਿਆ ਤੇ ਤੇਰੀ ਸ਼ਾਦੀ ਜਿਹੜੀ ਹੈ ਉਹ ਚਲੀ ਹੈ। ਅੱਗੋਂ ਤੂੰ ਮੇਰੇ ਤੋਂ ਕੋਈ ਗੱਲ ਵੀ ਨਹੀਂ ਛੁਪਾਣੀ ਕਰਨੀ, ਕੋਈ ਵੀ ਗੱਲ ਹੈ ਤੂੰ ਮੈਨੂੰ ਦੱਸਣੀ ਕਰਨੀ ਹੈ, ਭਾਵੇਂ ਰਾਤੀ ਤੁਸੀਂ ਲੰਮੇ ਪਵੋ ਤਾਂ ਵੀ ਤੂੰ ਦੱਸਣਾ ਕਰਨਾ, ਤੂੰ ਵਾਅਦਾ ਕਰ। ਉਹਨੇ ਆਖਿਆ ਬਾਜੀ ਮੈਂ ਤੇਰੇ ਨਾਲ ਵਾਅਦਾ ਕਰਨੀ ਆ, ਤੇਰੇ ਤੋਂ ਕੋਈ ਗੱਲ ਵੀ ਨਹੀਂ ਛੁਪਾਉਣ ਲਈ। ਉਹ ਇਸ ਤਰ੍ਹਾਂ ਹੀ ਹੋਇਆ ਜਿਸਲੇ ਸ਼ਾਦੀ ਹੋਈ ਪਹਿਲੀ ਰਾਤ ਤੋਂ ਬਾਅਦ ਹੀ ਜਿਹੜਾ ਉਹਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕਿਸ ਤਰ੍ਹਾਂ ਰਾਤ ਗੁਜ਼ਾਰੀ ਹੈ, ਕੀ ਹਿਸਾਬ ਕਿਤਾਬ ਹੈ। ਉਹਨੇ ਸਾਰੀ ਗੱਲਬਾਤ ਦੱਸੀ ਕਿ ਖੁੱਲ ਕੇ ਅਸੀਂ ਕੀ ਕੀਤਾ। ਉਸ ਤੋਂ ਬਾਅਦ ਜਨਾਬ ਇਸ ਤਰ੍ਹਾਂ ਹੋਇਆ ਕਿ ਵੱਡੀ ਭੈਣ ਜਿਹੜੀ ਆ ਉਹ ਅਕਸਰ ਇੰਜ ਕਰਦੀ ਸੀ, ਪਤਾ ਜਿਸਲੇ ਉਹਨੂੰ ਲੱਗਦਾ ਸੀ ਕਿ ਮੇਰੀ ਭੈਣ ਜਿਹੜੀ ਆ ਅੰਮਾ ਦੇ ਘਰ ਗਈ ਹੈ, ਉਹ ਮੁੰਡੇ ਵਾਲਿਆਂ ਦੇ ਘਰ ਟੁਰ ਜਾਂਦੀ ਸੀ, ਫਰੂਟ ਸ਼ੂਟ ਚੁੱਕਿਆ ਉੱਥੇ ਜਾ ਕੇ ਰਾਤ ਰਹਿ ਕੇ ਆਉਂਦੀ ਸੀ। ਸੱਸ ਉਹਦੀ ਨਾਲ ਚੰਗੀ ਭਲੀ ਉਹਨੇ ਗੱਲਬਾਤ ਬਣਾ ਲਈ ਸੀ। ਅਕਸਰ ਜਿਹੜਾ ਉਹਦੇ ਨਾਲ ਬਾਜ਼ਾਰ ਵੀ ਜਾਂਦੀ ਸੀ, ਬੜੀ ਜਿਹੜਾ ਆਪੇ ਜੋ ਨੇ ਦੋਸਤੀ ਬਣਾ ਲਈ ਸੀ। ਨਿੱਕੀ ਭੈਣ ਨਾਲ ਜਿਹੜਾ ਵੱਡੀ ਭੈਣ ਨਾਲ ਜ਼ਿਆਦਾ ਦੋਸਤੀ ਹੋ ਗਈ ਸੀ। ਅੱਗੋਂ ਅਕਸਰ ਜਿਹੜਾ ਮੁੰਡਾ ਹੈ ਨਾ ਉਹ ਆਪੂ ਮੋਟਰਸਾਈਕਲ ਤੇ ਉਹਨੂੰ ਛੱਡ ਕੇ ਵੀ ਆਉਂਦਾ ਸੀ, ਕੁੱਟ ਕੇ ਉਹਨੂੰ ਕਲਾਵਾ ਮਾਰਦੀ ਸੀ, ਉਹਦੇ ਨਾਲ ਲੱਗ ਕੇ ਬਹਿੰਦੀ ਸੀ। ਜਿਸਲੇ ਆਪਣੇ ਘਰ ਜਾਂਦੀ ਸੀ, ਆਪਣੇ ਘਰ ਜਾ ਕੇ ਆਪਣੇ ਜਣੇ ਨਾਲ ਲੜ ਕੇ ਤੇ ਫਿਰ ਵਾਪਸ ਅੰਮਾ ਕੋਲ ਆ ਜਾਂਦੀ ਸੀ। ਜਿਸਲੇ ਅੰਮਾ ਕੋਲ ਆਉਂਦੀ ਸੀ ਆ ਕੇ ਗੱਲਬਾਤ ਕਰਦੀ ਸੀ, ਅੰਮਾ ਆਖਦੀ ਜਾ ਧੀਏ ਵਾਪਸ ਟੁਰ ਜਾ, ਲੇਕਿਨ ਉਹ ਕਹਿੰਦੀ ਸੀ ਕਿ ਨਹੀਂ ਮੈਂ ਵਾਪਸ ਨਹੀਂ ਜਾਣਾ, ਮੈਂ ਉਸ ਘਰ ਨਹੀਂ ਜਾਣਾ। ਅੱਗੋਂ ਜਿਸਲੇ ਅੰਮਾ ਲੜਦੀ ਸੀ ਫਿਰ ਜਾ ਕੇ ਨਿੱਕੀ ਭੈਣ ਦੀ ਸੱਸ ਕੋਲ ਜਾ ਕੇ ਉੱਥੇ ਬਹਿ ਰਹਿੰਦੀ ਸੀ। ਉਹਨਾਂ ਦੇ ਘਰ 2-2 3-3 ਰਾਤਾਂ ਜਾ ਕੇ ਰਹਿੰਦੀ ਸੀ। ਭੈਣ ਵੀ ਨਿੱਕੀ ਘਰ ਹੁੰਦੀ ਸੀ, ਉਹਨੂੰ ਮਹਿਸੂਸ ਹੁੰਦਾ ਸੀ ਕਿ ਸੱਸ ਜਿਹੜੀ ਹੈ ਇਹਦੇ ਨਾਲ ਕਮਰੇ 'ਚ ਬਹਿ ਜਾਂਦੀ ਹੈ। ਅੱਗੋਂ ਮੁੰਡਾ ਵੀ ਜਿਹੜਾ ਉੱਥੇ ਜਾ ਕੇ ਦਿਲਚਸਪੀ ਲੈਂਦਾ ਸੀ। ਉਹ ਇਸ ਤਰ੍ਹਾਂ ਹੋਇਆ ਕਿ ਕੁੜੀ ਨੇ ਸਮਝਿਆ ਵੱਡੀ ਭੈਣ ਨੇ ਕਿ ਇਹ ਜਿਹੜਾ ਮੇਰੀ ਦਾਲ ਇਸ ਤਰ੍ਹਾਂ ਨਹੀਂ ਗਲਣੀ। ਉਹਨੇ ਮੁੰਡੇ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਇੰਜ ਕਰ ਸਾਡੇ ਘਰ ਉੱਥੇ ਟੁਰ ਜਾ, ਉੱਥੇ ਜਾ ਕੇ ਤੂੰ ਰਹਿ, ਨਾਲੇ ਤੇ ਤੈਨੂੰ ਉਹ ਮਕਾਨ ਲੱਭ ਜਾਏਗਾ, ਨਾਲੇ ਖਾਣ ਨੂੰ ਸਾਰਾ ਕੁਝ ਲੱਭੇਗਾ। ਸਾਡਾ ਉੱਥੇ ਕੌਣ ਹੈ ਖਾਣ ਵਾਲਾ, ਅੰਮਾਰਾਂ ਕੋਲ ਚੰਗੇ ਭਲੇ ਪੈਸੇ ਨੇ, ਪੈਨਸ਼ਨ ਵੀ ਆਉਂਦੀ ਨੇ, ਹੋਰ ਵੀ ਢੇਰ ਪੈਸਾ ਉਹਨਾਂ ਕੋਲ। ਮੁੰਡੇ ਨੇ ਜਿਸ ਸਾਰੀਆਂ ਗੱਲਾਂ ਸੁਣੀਆਂ ਤੇ ਉਹਨੇ ਅੰਮਾ ਨੂੰ ਆਖਿਆ ਕਿ ਇੱਥੇ ਤੇ ਸਾਡੀ ਪੂਰੀ ਕੋ ਨਹੀਂ ਪੈਂਦੀ, ਮੈਂ ਜਿਹੜਾ ਉੱਥੇ ਟੁਰ ਚਲਾ। ਅੰਮਾ ਨੇ ਢੇਰ ਮਨਾ ਕੀਤਾ ਲੇਕਿਨ ਉਹਨੇ ਆਖਿਆ ਨਹੀਂ ਮੈਂ ਉੱਥੇ ਹੀ ਜਾਣਾ। ਉਹ ਜਨਾਬ ਆਪਣਾ ਘਰ ਛੱਡ ਕੇ ਆਪਣੇ ਜਿਹੜਾ ਜ਼ਨਾਨੀ ਲੈ ਕੇ ਤੇ ਉੱਥੇ ਹੀ ਵਾਪਸ ਆ ਗਿਆ। ਅੱਗੋਂ ਵੱਡੀ ਭੈਣ ਵੀ ਉੱਥੇ ਹੀ ਆ ਕੇ ਰਹਿੰਦੀ ਸੀ। ਉਹਨੇ ਆਖਿਆ ਤੱਕੇ ਹੀ ਫਿਰ ਮੈਂ ਇਹਨੂੰ ਆਪਣੇ ਘਰ ਲੈਣ ਦਾ ਨਾ, ਹੁਣ ਜਿਹੜਾ ਤੇਰੀ ਹਰ ਗੱਲ ਮੰਨੇਗਾ। ਉਹ ਨਿੱਕੀ ਭੈਣਾਂ ਦੀ ਆ ਵਾਕਈ ਬਾਜੀ ਤੈਨੂੰ ਮੈਂ ਮੰਨ ਲਿਆ, ਉੱਥੇ ਤੇ ਸੱਸ ਮੈਨੂੰ ਖਲੋਣ ਹੀ ਕੌਣ ਸੀ ਦਿੰਦੀ, ਸੁਬਾਹ ਠਾਲ ਲੈਂਦੀ ਸੀ, ਨਾਲੇ ਤੇ ਕੰਮ ਕਰਾਉਂਦੀ ਸੀ, ਨਾਲੇ ਢੇਰ ਗੱਲਾਂ ਮੈਨੂੰ ਸੁਣਾਉਂਦੀ ਸੀ। ਇੱਥੇ ਤੇ ਮੈਂ ਬਿਲਕੁਲ ਆਜ਼ਾਦ ਹੋ ਗਈ ਹਾਂ। ਉਹ ਮੁੰਡਾ ਜਿਹੜਾ ਬਿਲਕੁਲ ਨਾ ਰਹਿਣ ਲੱਗ ਪਿਆ। ਅੱਗੋਂ ਵੱਡੀ ਭੈਣ ਵੀ ਆ ਕੇ ਢੇਰ ਦਿਹਾੜੇ ਆ ਕੇ ਰਹਿੰਦੀ ਸੀ। ਜਿਸਲੇ ਵਾਪਸ ਜਾਂਦੀ ਸੀ ਉਹਨੂੰ ਆਖਦੀ ਸੀ ਕਿ ਮੈਨੂੰ ਛੱਡਿਆ। ਉਹ ਜਿਸਲੇ ਬਹਿੰਦੀ ਸੀ ਮੋਟਰਸਾਈਕਲ ਤੇ ਕੁੱਟ ਕੇ ਕਲਾਵਾ ਮਾਰ ਕੇ ਨਾਲ ਜੋੜ ਕੇ ਬਹਿੰਦੀ ਸੀ। ਉਹਨੇ ਆਸਤਾ ਆਸਤਾ ਜਿਹੜਾ ਉਹਨੂੰ ਮੁੰਡੇ ਨੂੰ ਆਪਣੇ ਨਾਲ ਲਾ ਲਿਆ। ਮੁੰਡਾ ਵੀ ਜਿਹੜਾ ਉਹਨੂੰ ਬੜਾ ਪਸੰਦ ਕਰਨ ਲੱਗ ਪਿਆ। ਉੱਥੇ ਜਿਸਲੇ ਜਾਂਦਾ ਸੀ ਅੱਗੋਂ ਉਹਦਾ ਜਣਾ ਘਰ ਕੋ ਨਹੀਂ ਸੀ ਹੁੰਦਾ, ਉੱਥੇ ਵੀ ਜਨਾਬ ਉਹਨੂੰ ਆਸਤਾ ਆਸਤਾ ਉਹਨੇ ਖੋਲ ਲਿਆ ਸੀ। ਉੱਥੇ ਲੰਮੇ ਪੈਂਦੇ ਸੀ ਪੂਰੀ ਯਾਸ਼ੀ ਮਾਰ ਕੇ ਤੇ ਫਿਰ ਘਰ ਉਹ ਆਉਂਦਾ ਸੀ, ਬੜਾ ਟਾਈਮ ਲਾ ਕੇ ਆਉਂਦਾ ਸੀ। ਜਿਸਲੇ ਵਾਪਸ ਆਉਂਦਾ ਜਨਾਨੀ ਪੁੱਛਦੀ ਸੀ ਕਿ ਤੂੰ ਢੇਰ ਟਾਈਮ ਲਾਇਆ। ਉਹਨਾਂ ਕਿਹਾ ਰੋਟੀ ਬਣਾ ਲਈ ਸੀ ਤੇ ਮੈਂ ਰੋਟੀ ਖਾ ਕੇ ਆਇਆ। ਉਹ ਜਨਾਬ ਆਸਤਾ ਆਸਤਾ ਨਿੱਕੀ ਭੈਣ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਕਿ ਇਹ ਜਿਹੜਾ ਬਿਲਕੁਲ ਹੀ ਉਧਰ ਹੋ ਗਿਆ, ਮੇਰੇ ਵੱਲ ਤੇ ਤੱਕਦਾ ਵੀ ਨਹੀਂ ਹੈ। ਜਿਸਲੇ ਵੱਡੀ ਭੈਣ ਆਉਂਦੀ ਸੀ ਉਹਦੇ ਹੀ ਅੱਗੇ ਪਿੱਛੇ ਰਹਿੰਦਾ ਸੀ। ਜਿਸਲੇ ਨਿੱਕੀ ਭੈਣ ਨੇ ਕੋਈ ਮਹਿਸੂਸ ਕੀਤਾ ਉਹਨੇ ਕਿਹਾ ਬਾਜੀ ਥੋੜਾ ਜਿਹਾ ਇਹਦੇ ਤੂੰ ਦੂਰ ਰਵਿਆ ਕਰ, ਤੁਸੀਂ ਜ਼ਿਆਦਾ ਹੀ ਕੋਈ ਇਹਨੂੰ ਕਲਾਵੇ ਮਾਰਦੇ ਹੋ। ਉਹਨੇ ਸਮਝਿਆ ਕਿ ਮੇਰੀ ਨਿੱਕੀ ਭੈਣ ਮੇਰੇ ਤੇ ਸ਼ੱਕ ਕਰਨ ਲੱਗ ਪਈ ਆ। ਉਹਨੇ ਇੰਜ ਕੀਤਾ ਗਈ ਮੈਡੀਕਲ ਸਟੋਰ ਤੇ ਉੱਥੋਂ ਗੋਲੀਆਂ ਲੈ ਕੇ ਆਈ, ਬੇਹੋਸ਼ੀ ਵਾਲੀਆਂ ਗੋਲੀਆਂ ਲਿਆ ਕੇ ਜਿਸਲੇ ਨਿੱਕੀ ਭੈਣ ਨੂੰ ਖਵਾਲਦੀ ਸੀ ਤੇ ਰਾਤੀ ਉਹਦੇ ਜਣੇ ਕੋਲ ਪੂਰਾ ਇੰਜੋਇਮੈਂਟ ਕਰਦੀ ਸੀ, ਮਜ਼ੇ ਲੈਂਦੀ ਰਹਿੰਦੀ ਸੀ। ਉਹ ਜਨਾਬ ਇਸ ਤਰ੍ਹਾਂ ਹੀ ਕਰਕੇ ਉਹਨਾਂ ਦਾ ਟਾਈਮ ਜਿਹੜਾ ਗੁਜ਼ਰਦਾ ਰਿਹਾ। 2-3 ਮਹੀਨੇ ਗੁਜ਼ਰੇ। ਉਹਨੂੰ ਮਹਿਸੂਸ ਹੋਇਆ ਕਿ ਮੈਨੂੰ ਰਾਤੀ ਨੀਂਦਰ ਆ ਜਾਂਦੀ ਹੈ, ਲੱਗਦਾ ਮੇਰੇ ਨਾਲ ਕੋਈ ਨਾ ਕੋਈ ਮਸਲਾ ਹੁੰਦਾ ਪਿਆ। ਉਹਨੇ ਸਮਝਿਆ ਕਿ ਬਾਜੀ ਰੋਜ਼ਾਨਾ ਮੈਨੂੰ ਪਾਣੀ ਜਾਂ ਕੋਈ ਚੀਜ਼ ਖਾਣ ਵਾਲੀ ਦਿੰਦੀ ਹੈ। ਉਹਨੇ ਇੰਜ ਕੀਤਾ ਕਿ ਉਹ ਚੀਜ਼ ਜਿਹੜੀ ਉਹਨੇ ਦਿੱਤੀ ਖਾਣ ਵਾਸਤੇ ਸਬਜ਼ੀ ਵਗੈਰਾ ਉਹਨੇ ਕੋਨਾ ਖਾਧੀ। ਉਹਨੂੰ ਸ਼ੱਕ ਹੋ ਗਿਆ ਕਿ ਜ਼ਰੂਰ ਮੈਨੂੰ ਕੋਈ
ਮਿਲਾ ਕੇ ਦਿੰਦੀ ਹੈ, ਕਿਉਂਕਿ ਜਣਾ ਉਹਦਾ ਜਿਹੜਾ ਜ਼ਿਆਦਾ ਉਹਦੀ ਸਾਈਡ ਲੈਂਦਾ ਸੀ, ਕਿਉਂਕਿ ਉਹ ਵੀ ਘਰ ਆ ਕੇ ਬੈਠੀ ਸੀ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਉਹਨੇ ਖਾਧੀ ਕੋਨਾ ਚੁੱਪ ਕਰਕੇ ਲੰਮੀ ਪੈ ਗਈ। ਉਹਨੇ ਆਖਿਆ ਮੈਂ ਦੇਖਾਂ ਇਹ ਕਰਦੇ ਕੀ ਨੇ। ਉਹ ਜਨਾਬ ਇਸ ਤਰ੍ਹਾਂ ਆਇਆ, ਉਹਨੇ ਦੇਖਿਆ ਜਨਾਬ ਨਾਲ ਹੀ ਉਹਦੀ ਮੰਜੀ ਤੇ ਉਹ ਦੋਏ ਜਿਹੜਾ ਲੰਮੇ ਪਏ ਤੇ ਪੂਰਾ ਪਿਆਰ ਮੁਹੱਬਤ ਕਰ ਰਹੇ। ਉਹ ਸਾਰੀਆਂ ਗੱਲਾਂ ਤੇ ਸਾਰੀ ਕਾਰਵਾਈ ਜਿਹੜੀ ਆ ਉਹ ਸੁਣਦੀ ਸੀ ਪੀ। ਉਹਨੇ ਅੱਗੋਂ ਨਾਲ ਆਖਿਆ ਤੱਕੀ ਤੇਰੀ ਜਨਾਨੀ ਨੂੰ ਮੈਂ ਕਿਸ ਤਰ੍ਹਾਂ ਗੋਲੀਆਂ ਦੇਣੀ ਆ ਤੇ ਗੋਲੀਆਂ ਦੇ ਕੇ ਉਹਨੂੰ ਲੰਮਿਆ ਪਾ ਦੇਣੀ। ਉਹਨੇ ਆਖਿਆ ਵਾਕਈ ਜਿਹੜਾ ਤੇਰੇ ਨਾਲ ਮਜ਼ਾ ਆਉਂਦਾ ਇਹਦੇ 'ਚ ਜ਼ਰਾ ਮਾਸਾ ਵੀ ਉਹ ਮਜ਼ਾ ਨਹੀਂ ਹੈ, ਤੂੰ ਬੜਾ ਮੈਨੂੰ ਪਿਆਰ ਕਰਨੀ ਹੈ। ਉਹ ਜਨਾਬ ਖੋਲ ਡੁੱਲ ਕੇ ਸਾਰੀਆਂ ਗੱਲਾਂ ਕਰ ਰਹੇ ਸੀ। ਉਹ ਨਿੱਕੀ ਭੈਣ ਜਿਹੜਾ ਸੁਣ ਕੇ ਵੱਡੀ ਭੈਣ ਦੀਆਂ ਗੱਲਾਂ ਤੇ ਉਹ ਰੋ ਰੋ ਕੇ ਉੱਥੇ ਉਹਨੇ ਆਖਿਆ ਮੇਰੀ ਭੈਣ ਮੇਰੀ ਦੁਸ਼ਮਣ ਬਣ ਗਈ ਹੈ। ਉਹਨੇ ਆਖਿਆ ਬਹਰਹਾਲ ਮੈਂ ਵੀ ਇਹਦਾ ਇਲਾਜ ਕਰ ਲੈਣੀ ਆ। ਉਹਨੇ ਜਨਾਬ ਐਸਰਾ ਕੀਤਾ ਕਿ ਉਹਨੇ ਰਾਤੀ ਤੇ ਬਿਲਕੁਲ ਕੋਨਾ ਬੋਲੀ। ਉਹਨੂੰ ਪਤਾ ਸੀ ਕਿ ਰਾਤੀ ਕਿਰੇ ਮਸਲਾ ਖਰਾਬ ਨਾ ਹੋ ਜੇ। ਉਹ ਜਨਾਬ ਚੁੱਪ ਕੀਤੀ ਰਹੀ। ਉਹ ਅੱਗੋਂ ਜਿਸਲੇ ਸੁਬਹ ਹੋਈ ਤੇ ਉਹਨੇ ਆਖਿਆ ਬਾਜੀ ਤੂੰ ਇੰਝ ਕਰ, ਅੱਜ ਤੋਂ ਬਾਅਦ ਇੱਥੇ ਤੂੰ ਘਰ ਨਹੀਂ। ਉਹਨੇ ਆਖਿਆ ਤੇਰਾ ਘਰ ਨਹੀਂ ਹੈ, ਮੇਰੀ ਮਾਂ ਦਾ ਘਰ ਹੈ, ਮੈਂ 100 ਵਾਰੀ ਆਵਾਂਗੀ, ਤੂੰ ਮੈਨੂੰ ਮਨਾ ਨਹੀਂ ਕਰ ਸਕਦੀ। ਉਹ ਜਨਾਬ ਉਹਨੇ ਕੋਈ ਗੱਲ ਨਾ ਸੁਣੀ। ਅੱਗੋਂ ਅੰਮਾ ਨਾਲ ਗੱਲ ਕੀਤੀ। ਅੰਮਾ ਨੇ ਵੀ ਆਖਿਆ ਜਿਸਲੇ ਮੇਰੀ ਧੀ ਦਾ ਦਿਲ ਕਰੇ ਉਹ ਆ ਕੇ ਰਹਿ ਸਕਦੀ ਹੈ, ਤੈਨੂੰ ਅਗਰ ਕੋਈ ਮਸਲਾ ਹੈ ਤੇ ਤੂੰ ਵਾਪਸ ਟੁਰ ਜਾ। ਉਹਨੇ ਆਪਣੇ ਜਣੇ ਨੂੰ ਆਖਿਆ ਕਿ ਵਾਪਸ ਚਲੀਏ। ਉਹਨੇ ਆਖਿਆ ਮੈਂ ਵਾਪਸ ਨਹੀਂ ਜਾਣਾ, ਮੈਂ ਹੁਣ ਅੰਮਾ ਨੂੰ ਛੱਡ ਆਇਆ, ਮੈਂ ਕਿਸ ਤਰ੍ਹਾਂ ਵਾਪਸ ਜਾ ਸਕਣਾ, ਮੇਰੀ ਬੇਇੱਜ਼ਤੀ ਹੋਵੇਗੀ ਜੇ ਮੈਂ ਵਾਪਸ ਜਾ। ਉਹ ਵੀ ਜਾਣ ਵਾਸਤੇ ਤਿਆਰ ਕੋਈ ਨਹੀਂ ਸੀ। ਅੱਗੋਂ ਨੂੰ ਪਰੇਸ਼ਾਨੀ ਬਣ ਗਈ, ਇਹ ਤੇ ਬੜਾ ਮਸਲਾ ਬਣ ਗਿਆ। ਉਹਨੇ ਐਸਰਾ ਕੀਤਾ, ਉਹਨੇ ਆਖਿਆ ਬਾਜੀ ਤੇਰੇ ਕੇ ਹੱਥ ਬੰਨੀ ਆ, ਮੈਂ ਮੇਰੇ ਜਣੇ ਦਾ ਪਿੱਛਾ ਛੱਡ ਦੇ। ਉਹਨੇ ਆਖਿਆ ਮੈਂ ਤੇਰੇ ਜਣੇ ਨੂੰ ਕੀ ਆਖਿਆ, ਮੈਂ ਕੋ ਲੱਗੀ ਉਹਨੂੰ ਭੜਕਾਉਣ। ਉਹਨੇ ਸਮਝਿਆ ਕਿ ਬਾਜੀ ਜਿਹੜਾ ਨਾ ਉਹ ਬਾਜ਼ ਨਹੀਂ ਆਉਂਦੀ ਪਈ, ਉਹਨੇ ਜਿਹੜਾ ਲਗਾਤਾਰ ਇਹ ਸਿਲਸਿਲਾ ਜਾਰੀ ਰੱਖਣਾ। ਉਹਨੇ ਅੱਗੋਂ ਜਿਹੜਾ ਸੁਣੀਆਂ ਉਹਨਾਂ ਦੀਆਂ ਗੱਲਾਂ ਤੇ ਉਹ ਜਣਾ ਪਿਆ ਆਖਦਾ ਸੀ ਕਿ ਮੈਂ ਇਹਨੂੰ ਤਲਾਕ ਦੇ ਦੇਣਾ ਤੇ ਤੇਰੇ ਨਾਲ ਸ਼ਾਦੀ ਕਰ ਲੈਣਾ, ਤੂੰ ਵੀ ਜਿਹੜਾ ਆਪਣੇ ਜਣੇ ਕੋਲੋਂ ਤਲਾਕ ਲੈ। ਉਹਨੇ ਆਖਿਆ ਮੈਂ ਤੇ ਫਟਾਫਟ ਤਲਾਕ ਲੈ ਲਾਂਗੀ, ਪਹਿਲਾਂ ਤੂੰ ਮੇਰੀ ਭੈਣ ਨੂੰ ਤਲਾਕ ਦੇ, ਫਿਰ ਮੈਨੂੰ ਪਤਾ ਲੱਗੇ ਮੈਂ ਅਗਲਾ ਕਦਮ ਚੁੱਕਾਂ। ਇਹ ਨਾ ਹੋਵੇ ਮੈਂ ਵੀ ਤਲਾਕ ਲੈ ਲਵਾਂ ਤੇ ਤੂੰ ਵੀ ਤਲਾਕ ਕੋ ਨਾ ਦੇ। ਉਹਨੇ ਆਖਿਆ ਮੈਂ ਤਲਾਕ ਦਿਆਂਗਾ, ਜਿਹੜਾ ਮਜ਼ਾ ਮੈਨੂੰ ਨਸ਼ਾ ਤੇਰੇ ਨਾਲ ਹੈ ਉਹ ਮੈਨੂੰ ਉਹਦੇ ਚੋਂ ਨਹੀਂ ਆਉਂਦਾ, ਮੈਂ ਤੇ ਪਤਾ ਨਹੀਂ ਕਿਸ ਤਰ੍ਹਾਂ ਉਹਦੇ ਨਾਲ ਟਾਈਮ ਗੁਜ਼ਾਰ ਰਿਹਾ। ਉਹ ਜਿਸ ਵੇਲੇ ਉਹਨੇ ਸਾਰੀ ਗੱਲ ਸੁਣੀ ਉਹਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਕੰਮ ਖਰਾਬ ਪਿਆ ਹੁੰਦਾ ਹੈ, ਮੈਨੂੰ ਕੁਝ ਕਰਨਾ ਪੈਣਾ। ਉਹਨੇ ਐਸਰਾ ਕੀਤਾ, ਵੱਡੀ ਭੈਣ ਨੂੰ ਕਿਰੇ ਖੜ ਕੇ ਅੱਗੇ ਪਿੱਛੇ ਤੇ ਉਹਨੇ ਜਨਾਬ ਉਹਨੂੰ ਜ਼ਹਿਰ ਵਾਲੀਆਂ ਗੋਲੀਆਂ ਰਾਹ 'ਚ ਦੇ ਦਿੱਤੀਆਂ। ਜਿਸ ਵੇਲੇ ਜ਼ਹਿਰ ਵਾਲੀਆਂ ਗੋਲੀਆਂ ਦਿੱਤੀਆਂ ਉੱਥੋਂ ਨਾਲ ਕੋਈ ਚੀਜ਼ ਖਵਾਲੀ। ਉਹ ਜਿਸ ਵੇਲੇ ਵਾਪਸ ਆਉਣ ਲੀਆਂ ਤੇ ਭੈਣ ਰਾਹ 'ਚ ਢਹਿ ਪਈ। ਜਿਸ ਵੇਲੇ ਹਸਪਤਾਲ ਖੜੀ ਉਹਨੇ ਹਸਪਤਾਲ ਖੜ ਕੇ ਜਿਸ ਚੈੱਕਅਪ ਕਰਾਈ ਉਹਨੇ ਤੇ ਉਹਨਾਂ ਆਖਿਆ ਜੀ ਇਹਨੇ ਕੋਈ ਗੋਲੀ ਇਸ ਤਰ੍ਹਾਂ ਦੀ ਖਾ ਲਈ ਆ ਜਾਂ ਜ਼ਹਿਰ ਵਾਲੀ ਕੋਈ ਚੀਜ਼ ਖਾ ਲਈ ਆ ਜਿਹਦੇ ਨਾਲ ਜਿਹੜਾ ਨਾ ਇਹਨੂੰ ਜਿਹੜਾ ਮਸਲਾ ਬਣਿਆ ਇਹ ਨਹੀਂ ਬਚ ਸਕਦੀ। ਉਹਨੇ ਆਖਿਆ ਰਾਹ 'ਚ ਉਸ ਆਸਰਾ ਜਿਹੜਾ ਫਲੂਦਾ ਜਿਹਾ ਖਾਧਾ ਲੱਗਦਾ ਉਹਦੇ ਨਾਲ ਹੀ ਕੋਈ ਮਸਲਾ ਬਣ ਗਿਆ। ਲੇਕਿਨ ਉਹ ਭੈਣ ਜਿਹੜੀ ਆ ਵੱਡੀ ਉਹ ਦੁਨੀਆ ਤੋਂ ਰੁਖਸਤ ਹੋ ਗਈ। ਜਿਸ ਵੇਲੇ ਦੁਨੀਆ ਤੋਂ ਰੁਖਸਤ ਹੋ ਗਈ ਜ਼ਾਹਰੀ ਗੱਲ ਹੈ ਉਹ ਅੱਗੋਂ ਪਿੱਛੋਂ ਢੇਰ ਪੁਲਿਸ ਨੇ ਇਨਕੁਆਇਰੀ ਕੀਤੀ, ਆਏ ਵੀ ਉਹਨਾਂ ਚੱਕਰ ਵੀ ਲਾਇਆ, ਲੇਕਿਨ ਉਹਨੇ ਕੋਨਾ ਪਤਾ ਲੱਗਣ ਦਿੱਤਾ ਕਿ ਕੀ ਗੱਲ ਬਣੀ ਹੈ। ਲੇਕਿਨ ਉਸ ਤੋਂ ਬਾਅਦ ਜਿਹੜਾ ਉਹ ਆਪਣੇ ਜਣੇ ਨਾਲ ਬਿਲਕੁਲ ਨਾਰਮਲ ਰਹਿਣ ਲੱਗ ਪਈ। ਲੇਕਿਨ ਉਹਨੂੰ ਪਤਾ ਸੀ ਕਿ ਮੇਰੇ ਜਣੇ ਨੇ ਕੀ ਹਰਕਤਾਂ ਕੀਤੀਆਂ ਨੇ। ਉਹਨੇ ਜਨਾਬ ਆਸਤਾ ਆਸਤਾ ਜਣੇ ਨੂੰ ਵੀ ਇਸ ਤਰ੍ਹਾਂ ਦੀਆਂ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਬਿਲਕੁਲ ਹੀ ਬੇਕਾਰ ਹੋ ਗਿਆ। ਉਹਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਉਹ ਜਿਹੜਾ ਨਾ ਸਮਝੋ ਕਿ ਮਾਜ਼ੂਰ ਹੀ ਹੋ ਗਿਆ। ਉਹ ਕਹਿੰਦੀ ਹੈ ਕਿ ਮੈਂ ਇਹਨੂੰ ਮਾਰਨਾ ਨਹੀਂ ਸੀ ਚਾਹੁੰਦੀ, ਲੇਕਿਨ ਮੈਂ ਜਿਹੜਾ ਨਾ ਚਾਹੁੰਦੀ ਸਾਂ ਕਿ ਮੇਰੇ ਸਾਹਮਣੇ ਤੜਪਦਾ ਰਵੇ, ਕਿਉਂਕਿ ਮੈਂ ਆਪਣੀ ਭੈਣ ਦਾ ਖੂਨ ਵੀ ਕਰ ਦਿੱਤਾ ਹੈ। ਉਸ ਤੋਂ ਬਾਅਦ ਜਿਹੜਾ ਇਹ ਮੇਰੇ ਸਾਹਮਣੇ ਇਸ ਤਰ੍ਹਾਂ ਰਵੇ, ਮੈਨੂੰ ਪਤਾ ਸੀ ਕਿ ਮੇਰਾ ਵਫਾਦਾਰ ਨਹੀਂ ਹੈ, ਇਸ ਵਾਸਤੇ ਮੈਂ ਇਹਦਾ ਇਹ ਕੰਮ ਕੀਤਾ। ਨਾ ਮੈਂ ਇਹਦੇ ਕੋਲ ਸੁੱਤੀਆਂ ਤੇ ਨਾ ਇਹ ਹੋਰ ਕਿਸੇ ਕੋਲ ਜਾ ਕੇ ਸੋ ਸਕਦਾ, ਇਸ ਤਰ੍ਹਾਂ ਦਾ ਇਹਨੂੰ ਮੈਂ ਬੇਕਾਰ ਕਰ ਦਿੱਤਾ। ਤੇ ਇਸ ਤਰ੍ਹਾਂ ਵੀ ਹੁੰਦਾ ਜਿਸ ਵੇਲੇ ਬੰਦਾ ਕਿਸੇ ਦੇ ਸ਼ਿਕੰਜੇ 'ਚ ਆ ਜਾਂਦਾ ਤੇ ਉਹ ਜ਼ਾਹਰੀ ਗੱਲ ਹੈ ਮਸਲਾ ਬਣਦਾ। ਹਰ ਬੰਦਾ ਹੀ ਚਾਹੁੰਦਾ ਕਿ ਜਿਹੜੀ ਚੀਜ਼ ਲੱਭੇ ਉਹਨੂੰ ਆਵਣ ਦਿਓ। ਹਰ ਮਰਦ ਜਿਹੜਾ ਉਹ ਕੰਟਰੋਲ ਨਹੀਂ ਕਰ ਸਕਦਾ। ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਬਚਣਾ ਚਾਹੀਦਾ ਹੈ। ਬਾਕੀ ਇਹ ਕਿ ਮੇਰੀ ਵੀਡੀਓ ਅੱਛੀ ਲੱਗੇ ਤੇ ਕੋਸ਼ਿਸ਼ ਕਰਿਆ ਕਰੋ, ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।